ਤੁਹਾਡਾ ਸਭ ਦਾ ਸਵਾਗਤ ਹੈ। ਜਿਵੇਂ ਕਿ ਆਪਾਂ 7ਵੀਂ ਜਮਾਤ ਦਾ ਇੱਕ ਅਧਿਆਇ ਸ਼ੁਰੂ ਕੀਤਾ ਹੋਇਆ ਹੈ ਜਿਸ ਦਾ ਨਾਮ ਹੈ ਪੜ੍ਹਾਈ ਅਤੇ ਖੇਡਾਂ। ਅਸੀਂ ਇਸ ਦੇ ਪਿਛਲੇ ਭਾਗ ਵਿੱਚ ਪੜ੍ਹਿਆ ਕਿ ਕਿਵੇਂ ਇੱਕ ਜੋ ਵੱਡਾ ਭਰਾ ਕੰਵਰ ਹੈ ਉਹ ਆਪਣੇ ਛੋਟੇ ਭਰਾ ਵਿਸ਼ਾਲ ਦੇ ਲਈ ਬਹੁਤ ਚਿੰਤਿਤ ਹੈ, ਕਿਉਂਕਿ ਉਹ ਹਮੇਸ਼ਾ ਕਿਤਾਬਾਂ ਵਿੱਚ ਹੀ ਖੁੱਭਿਆ ਰਹਿੰਦਾ ਹੈ ਅਤੇ ਉਸਦਾ ਖੇਡਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਹੁੰਦਾ ਅਤੇ ਉਹ ਖੇਡਣ ਦੇ ਲਈ ਬਿਲਕੁਲ ਵੀ ਨਹੀਂ ਜਾਂਦਾ। ਤਾਂ ਇਸ ਤਰ੍ਹਾਂ ਉਹ ਦਿਮਾਗੀ ਤੌਰ ਦੇ ਉੱਤੇ ਸਰੀਰਕ ਤੌਰ ਦੇ ਨਾਲ ਉਹ ਥੋੜ੍ਹਾ ਜਿਹਾ ਦਿਮਾਗੀ ਤੌਰ ਦੇ ਉੱਤੇ ਵੀ ਕਮਜ਼ੋਰ ਹੋ ਰਿਹਾ ਹੈ। ਤਾਂ ਅਸੀਂ ਪਿਛਲੀ ਜੋ ਵੀਡੀਓ ਦੇ ਵਿੱਚ ਦੇਖਿਆ ਸੀ ਉਸ ਤੋਂ ਅੱਗੇ ਆਪਾਂ ਦੇਖਦੇ ਹਾਂ ਕਿ ਉਹ ਇੱਕ ਆਪਣੇ ਜੋ ਵੱਡਾ ਭਰਾ ਹੈ ਆਪਣੇ ਛੋਟੇ ਭਰਾ ਨੂੰ ਚਿੱਠੀ ਲਿਖਦਾ ਹੈ ਅਤੇ ਉਹ ਚਿੱਠੀ ਵਿੱਚ ਹੋਰ ਕੀ ਲਿਖਦਾ ਹੈ ਕਿ ਉਹ ਕਹਿੰਦਾ ਹੈ ਕਿ ਇੱਕ ਬਹੁਤ ਹੀ ਮਸ਼ਹੂਰ ਕਹਾਵਤ ਹੈ ਕਿ ਇੱਕ ਅਰੋਗ ਸਰੀਰ ਵਿੱਚ ਅਰੋਗ ਦਿਮਾਗ ਰਹਿ ਸਕਦਾ ਹੈ। ਜਿਵੇਂ ਕਿ ਉੱਪਰ ਆਪਾਂ ਦੇਖਿਆ ਕਿ ਉਸਨੇ ਇੱਕ ਨੈਪੋਲੀਅਨ ਦੀ ਉਸਨੂੰ ਉਦਾਹਰਨ ਦਿੱਤੀ ਕਿ ਕਿਵੇਂ ਨੈਪੋਲੀਅਨ ਜੋ ਰਾਜਾ ਸੀ ਉਹ ਖੇਡਾਂ ਦੇ ਵਿੱਚ ਪਰਫੈਕਟ ਸੀ ਅਤੇ ਇਸੇ ਤਰ੍ਹਾਂ ਉਹ ਆਪਣੀਆਂ ਜਿੱਤਾਂ ਨੂੰ ਵੀ ਜਿੱਤਦਾ ਰਿਹਾ ਲੜਾਈ ਦੇ ਮੈਦਾਨਾਂ ਵਿੱਚ। ਤਾਂ ਇਸ ਤਰ੍ਹਾਂ ਉਹਨੇ ਇੱਕ ਹੋਰ ਕਹਾਵਤ ਜੋ ਹੈ ਦੱਸ ਕੇ ਉਸਨੂੰ ਦੱਸਿਆ ਕਿ ਇੱਕ ਅਰੋਗ ਸਰੀਰ ਦੇ ਵਿੱਚ ਹੀ ਅਰੋਗ ਦਿਮਾਗ ਰਹਿ ਸਕਦਾ ਹੈ, ਮਤਲਬ ਜਿਸ ਨੂੰ ਕੋਈ ਰੋਗ ਨਾ ਹੋਵੇ ਉਹ ਸਰੀਰ ਸਾਰੇ ਕੰਮ ਕਰ ਸਕਦਾ ਹੈ। ਜੇ ਅਸੀਂ ਸਰੀਰਕ ਤੌਰ 'ਤੇ ਹੀ ਕਮਜ਼ੋਰ ਹਾਂ ਤਾਂ ਦਿਮਾਗੀ ਤੌਰ ਉੱਤੇ ਵੀ ਮਜ਼ਬੂਤ ਨਹੀਂ ਹੋ ਸਕਦੇ। ਖੇਡਾਂ ਖੇਡਣ ਨਾਲ ਸਾਡੇ ਸਰੀਰ ਦੇ ਨਾਲ ਦਿਮਾਗ ਵੀ ਤੰਦਰੁਸਤ ਹੁੰਦਾ ਹੈ। ਦਿਮਾਗ ਦੀ ਗ੍ਰਹਿਣ ਕਰਨ ਦੀ ਸ਼ਕਤੀ ਵੱਧਦੀ ਹੈ ਅਤੇ ਸਾਡੀ ਸੋਚ ਅਤੇ ਯਾਦ ਸ਼ਕਤੀ ਵੀ ਵੱਧਦੀ ਹੈ। ਸਾਡਾ ਦਿਮਾਗ ਤਾਜ਼ਾ ਅਤੇ ਚੁਸਤ ਰਹਿੰਦਾ ਹੈ। ਮਤਲਬ ਉਹ ਇਸ ਚਿੱਠੀ ਵਿੱਚ ਆਪਣੇ ਭਰਾ ਨੂੰ ਨਸੀਹਤ ਦੇ ਰਿਹਾ ਹੈ, ਉਸਨੂੰ ਸਮਝਾ ਰਿਹਾ ਹੈ ਕਿ ਖੇਡਣਾ ਕਿੰਨਾ ਜ਼ਰੂਰੀ ਹੈ, ਕਿਉਂਕਿ ਇਸੇ ਦੇ ਨਾਲ ਹੀ ਸਾਡੀ ਗ੍ਰਹਿਣ ਕਰਨ ਦੀ ਸ਼ਕਤੀ ਦਾ ਮਤਲਬ ਹੁੰਦਾ ਹੈ, ਜੋ ਲਾਲ ਲਕੀਰੇ ਸ਼ਬਦਾਂ ਦੇ ਅਰਥ ਹੁੰਦੇ ਹਨ। ਗ੍ਰਹਿਣ ਕਰਨਾ ਮਤਲਬ ਪ੍ਰਾਪਤ ਕਰਨਾ ਕਿਸੇ ਚੀਜ਼ ਨੂੰ, ਜਿਵੇਂ ਆਪਾਂ ਪੜ੍ਹਾਈ ਦੀ ਇੱਥੇ ਖਾਸ ਤੌਰ 'ਤੇ ਗੱਲ ਹੋ ਰਹੀ ਹੈ। ਤਾਂ ਕਹਿੰਦਾ ਵੀ ਜਿਹੜਾ ਤੰਦਰੁਸਤ ਸਰੀਰ ਹੈ ਉਹ ਤਾਂ ਹੀ ਤੰਦਰੁਸਤ ਰਹੇਗਾ ਜੇ ਅਸੀਂ ਇਸ ਨੂੰ ਤੰਦਰੁਸਤ ਰੱਖਾਂਗੇ। ਤਾਂ ਇਸ ਤੋਂ ਇਲਾਵਾ ਹੋਰ ਉਹ ਕੀ ਕਹਿੰਦਾ ਹੈ ਕਿ ਪਿਆਰੇ ਵੀਰ, ਖੇਡਾਂ ਖੇਡਣ ਨਾਲ ਸਾਡੇ ਸਰੀਰ ਵਿੱਚ ਖੂਨ ਦਾ ਦੌਰਾ ਤੇਜ਼ ਹੁੰਦਾ ਹੈ, ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ ਅਤੇ ਸਾਡੀ ਪਾਚਨ ਸ਼ਕਤੀ ਤੇਜ਼ ਹੁੰਦੀ ਹੈ। ਉਹ ਇਸ ਦੇ ਸਰੀਰਕ ਤੌਰ ਦੇ ਉੱਤੇ ਕੀ ਫਾਇਦੇ ਹੁੰਦੇ ਹਨ ਖੇਡਣ ਦੇ, ਉਹ ਸਾਰੇ ਦੱਸ ਰਿਹਾ ਹੈ। ਸਾਡੇ ਫੇਫੜਿਆਂ ਨੂੰ ਤਾਜ਼ੀ ਹਵਾ ਮਿਲਣ ਨਾਲ ਖੂਨ ਸਾਫ਼ ਹੁੰਦਾ ਹੈ। ਖੇਡਣ ਨਾਲ ਮਨੁੱਖ ਤੋਂ ਬਿਮਾਰੀਆਂ ਦੂਰ ਰਹਿੰਦੀਆਂ ਹਨ। ਉਹਨਾਂ ਦਾ ਚਿਹਰਾ ਹਮੇਸ਼ਾ ਖਿੜਿਆ ਰਹਿੰਦਾ ਹੈ। ਮਤਲਬ ਜਿਵੇਂ ਉਹ ਦੇਖਦਾ ਹੈ ਕਿ ਉਸਦੇ ਜੋ ਭਰਾ ਦਾ ਚਿਹਰਾ ਹੈ ਉਹ ਬਿਲਕੁਲ ਪੀਲਾ ਭੋਗ ਪੈ ਗਿਆ, ਮਤਲਬ ਉਹ ਬਹੁਤ ਅਨਹੈਲਦੀ ਜਿਹਾ ਹੋ ਗਿਆ ਹੈ। ਤਾਂ ਇਸ ਤਰ੍ਹਾਂ ਉਹ ਖੇਡਾਂ ਖੇਡਣ ਦੇ ਫਾਇਦੇ ਆਪਣੇ ਭਰਾ ਨੂੰ ਦੱਸ ਰਿਹਾ ਹੈ। ਅੱਗੇ ਉਹ ਕਹਿੰਦਾ ਹੈ ਕਿ ਖੇਡਾਂ ਜਿੱਥੇ ਸਾਡੇ ਸਰੀਰ ਨੂੰ ਤੰਦਰੁਸਤ ਬਣਾਉਂਦੀਆਂ ਹਨ ਉੱਥੇ ਸਾਡਾ ਭਰਪੂਰ ਦਿਲ ਪਰਚਾਵਾ ਕਰਦੀਆਂ ਹਨ। ਕਿਉਂਕਿ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਅਸੀਂ ਖੇਡਦੇ ਹਾਂ ਬਚਪਨ ਦੇ ਵਿੱਚ, ਜਦੋਂ ਬੱਚੇ ਦੇਖੀਏ ਆਪਾਂ ਖੇਡਦੇ ਹੁੰਦੇ ਨੇ ਤਾਂ ਉਹ ਕਿੰਨੇ ਖੁਸ਼ ਹੁੰਦੇ ਨੇ। ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ, ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਹੁੰਦੀ, ਬਸ ਉਹ ਮਸਤ ਹੋ ਕੇ ਖੇਡਦੇ ਨੇ ਅਤੇ ਉਹ ਖੁਸ਼ ਰਹਿੰਦੇ ਨੇ। ਤਾਂ ਇਸ ਤਰ੍ਹਾਂ ਖੇਡਾਂ ਖੇਡਦੇ ਸਮੇਂ ਅਸੀਂ ਖੁੱਲ੍ਹ ਕੇ ਹੱਸਦੇ ਹਾਂ। ਅਸੀਂ ਸੰਸਾਰ ਦੇ ਸਾਰੇ ਝੰਜਟ ਹੁੰਦੇ ਨੇ, ਪਰੇਸ਼ਾਨੀਆਂ ਤੋਂ, ਫਿਕਰਾਂ ਤੋਂ ਮੁਕਤ ਹੁੰਦੇ ਹਾਂ। ਮਤਲਬ ਸਾਰੇ ਜੋ ਝੰਜਟ ਨੇ, ਪਰੇਸ਼ਾਨੀਆਂ ਨੇ, ਫਿਕਰ ਨੇ, ਅਸੀਂ ਸਾਰੇ ਇਹ ਭੁੱਲ ਚੁੱਕੇ ਹੁੰਦੇ ਹਾਂ ਜਦੋਂ ਅਸੀਂ ਖੇਡਦੇ ਹੁੰਦੇ ਹਾਂ। ਈਵਨ ਕਿ ਜਦੋਂ ਸਿਆਣਾ ਬੰਦਾ ਵੀ ਕੋਈ ਖੇਡਦਾ ਹੈ ਤਾਂ ਉਹ ਵੀ ਸਾਰੇ ਦੁੱਖ ਤਕਲੀਫਾਂ ਨੂੰ ਭੁੱਲ ਕੇ ਬਸ ਖੇਡਾਂ ਦੇ ਵਿੱਚ ਮਸਤ ਰਹਿੰਦਾ ਹੈ। ਸਾਡਾ ਮਨ ਖਿੜ ਉੱਠਦਾ ਹੈ। ਖੇਡਣ ਨਾਲ ਸਾਡੇ ਮਨ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਕਰਕੇ ਸਾਨੂੰ ਵੱਧ ਤੋਂ ਵੱਧ ਮੁਕਾਬਲੇ ਕਰਕੇ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਖੇਡਾਂ ਖੇਡਣ ਵਾਲਾ ਵਿਅਕਤੀ ਆਸ਼ਾਵਾਦੀ ਬਣਦਾ ਹੈ। ਆਸ਼ਾਵਾਦੀ ਮਤਲਬ ਜੋ ਹਮੇਸ਼ਾ ਪੋਜ਼ੀਟਿਵ ਥਿੰਕਿੰਗ ਰੱਖਦਾ ਹੋਵੇ। ਉਹ ਹਾਰ ਕੇ ਨਿਰਾਸ਼ਾ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੰਦਾ। ਉਹ ਹਾਰ ਅਤੇ ਨਿਰਾਸ਼ਾ ਹੁੰਦਾ ਮਾਯੂਸੀ, ਉਹ ਉਦਾਸੀ ਮਾਯੂਸੀ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੰਦਾ, ਮਤਲਬ ਆਪਣੇ ਉੱਤੇ ਭਾਰੂ ਨਹੀਂ ਹੋਣ ਦਿੰਦਾ। ਮੇਰੇ ਕਹਿਣ ਦਾ ਇਹ ਭਾਵ ਨਹੀਂ ਕਿ ਤੂੰ ਹਮੇਸ਼ਾ ਹੀ ਖੇਡਦਾ ਰਹੇ। ਇਸ ਗੱਲ ਨੂੰ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਖੇਡਾਂ ਜੀਵਨ ਲਈ ਹਨ, ਨਾ ਕਿ ਜੀਵਨ ਖੇਡਣ ਦੇ ਲਈ। ਮਤਲਬ ਉਹ ਆਪਣੇ ਭਰਾ ਨੂੰ ਇਹ ਵੀ ਸਮਝਾਉਂਦਾ ਕਿ ਮੈਂ ਇਹ ਨਹੀਂ ਕਹਿੰਦਾ ਕਿ ਤੂੰ ਹਮੇਸ਼ਾ ਹੀ ਖੇਡਦਾ ਰਹਿ, ਪਰ
ਖੇਡਾਂ ਸਾਡੇ ਜੀਵਨ ਦੇ ਲਈ ਬਹੁਤ ਜ਼ਰੂਰੀ ਹਨ। ਸਾਡਾ ਜੀਵਨ ਖੇਡਣ ਦੇ ਲਈ ਬਣਿਆ ਹੈ, ਨਾ ਸਾਡੇ ਜੋ ਖੇਡਾਂ ਨੇ ਉਹ ਜੀਵਨ ਦੇ ਲਈ ਬਣੀਆਂ ਨੇ, ਨਾ ਕਿ ਜੋ ਜੀਵਨ ਹੈ ਪੂਰਾ ਉਹ ਖੇਡਣ ਦੇ ਲਈ। ਇਸ ਲਈ ਸਮਾਂ ਕੱਢ ਕੇ ਖੇਡਣਾ ਵੀ ਚਾਹੀਦਾ। ਜਿਹੜੇ ਬੱਚੇ ਆਪਣੇ ਸਾਰੇ ਕੰਮਕਾਰ ਛੱਡ ਕੇ ਖੇਡਾਂ ਖੇਡਣ ਵਿੱਚ ਲੱਗੇ ਰਹਿੰਦੇ ਹਨ ਉਹ ਵੀ ਗਲਤ ਹੈ। ਮਤਲਬ ਤੁਹਾਡਾ ਇੱਕ ਪਾਸੇ ਕੰਮ ਤਾਂ ਪਿਆ ਹੋਇਆ ਸਾਰਾ, ਤੁਹਾਡੀ ਪੜ੍ਹਾਈ ਪਈ ਹੈ, ਤੁਹਾਡੇ ਘਰ ਦਾ ਕੰਮ ਪਿਆ, ਤੁਹਾਡੇ ਪੇਰੈਂਟਸ ਤੁਹਾਨੂੰ ਆਵਾਜ਼ਾਂ ਮਾਰ ਰਹੇ ਨੇ, ਉਹ ਗੱਲਾਂ ਛੱਡ ਕੇ ਤੁਸੀਂ ਸਿਰਫ ਸਾਰਾ ਦਿਨ ਖੇਡਦੇ ਰਹੋ, ਉਹ ਗੱਲ ਵੀ ਬਹੁਤ ਗਲਤ ਹੈ। ਮਤਲਬ ਥੋੜ੍ਹਾ ਸਮੇਂ ਦੇ ਵਿੱਚੋਂ ਕੁਝ ਸਮਾਂ ਕੱਢ ਕੇ ਸਾਨੂੰ ਖੇਡਣਾ ਚਾਹੀਦਾ ਹੈ, ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਉਹ। ਸੋ ਮੇਰੇ ਵੀਰ, ਪਰਿਵਾਰ ਨੂੰ ਤੇਰੇ ਤੋਂ ਬਹੁਤ ਆਸਾਂ ਹਨ। ਮੈਂ ਤਾਂ ਜ਼ਿਆਦਾ ਨਹੀਂ ਲਿਖ ਸਕਿਆ। ਮੈਂ ਚਾਹੁੰਦਾ ਹਾਂ ਕਿ ਤੂੰ ਪੜ੍ਹ ਲਿਖ ਕੇ ਕੁਝ ਜ਼ਰੂਰ ਬਣ ਜਾਵੇਂ, ਪਰ ਕਮਜ਼ੋਰ ਸਿਹਤ ਵਾਲਾ ਮਨੁੱਖ ਨਾ ਤਾਂ ਪੜ੍ਹ ਸਕਦਾ ਹੈ ਅਤੇ ਨਾ ਹੀ ਜ਼ਿੰਦਗੀ ਵਿੱਚ ਕਿਤੇ ਹੋਰ ਕਾਮਯਾਬੀ ਹਾਸਲ ਕਰ ਸਕਦਾ ਹੈ। ਮਤਲਬ ਉਹ ਇਹ ਦੱਸ ਰਿਹਾ ਕਿ ਜੇ ਤੁਸੀਂ ਨਹੀਂ ਪੜ੍ਹੇਗਾ ਤਾਂ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤੀ ਸਫਲਤਾ ਵੀ ਪ੍ਰਾਪਤ ਨਹੀਂ ਕਰ ਸਕਦਾ। ਇਸ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਬਰਾਬਰ ਦਿਲਚਸਪੀ ਲਿਆ ਕਰ। ਪੜ੍ਹਾਈ ਅਤੇ ਖੇਡਾਂ ਲਈ ਇੱਕ ਨਿਸ਼ਚਿਤ ਟਾਈਮ ਟੇਬਲ ਬਣਾਓ। ਖੇਡਣ ਵੇਲੇ ਡਟ ਕੇ ਖੇਡੋ ਅਤੇ ਪੜ੍ਹਨ ਵੇਲੇ ਡਟ ਕੇ ਪੜ੍ਹਾਈ ਕਰੋ। ਜਿਹੜੇ ਬੱਚੇ ਜ਼ਿੰਦਗੀ ਵਿੱਚ ਇਹਨਾਂ ਅਸੂਲਾਂ ਉੱਤੇ ਕੰਮ ਕਰਦੇ ਹਨ ਉੱਨਤੀ ਹਮੇਸ਼ਾ ਉਹਨਾਂ ਦੇ ਕਦਮ ਚੁੰਮਦੀ ਹੈ। ਮਾਤਾ ਜੀ ਅਤੇ ਪਿਤਾ ਜੀ ਨੂੰ ਚਰਨ ਵੰਦਨਾ। ਮਤਲਬ ਉਹ ਇੱਕ ਨਿਸ਼ਚਿਤ ਟਾਈਮ ਟੇਬਲ ਦੀ ਗੱਲ ਕਰਦਾ ਹੈ, ਪੱਕੇ ਅਸੂਲਾਂ ਦੀ ਗੱਲ ਕਰਦਾ ਹੈ, ਮਤਲਬ ਸਿਧਾਂਤ ਬਣਾਉਣ ਦੀ ਗੱਲ ਕਰਦਾ ਹੈ ਕਿ ਸਮਾਂ ਕੱਢ ਕੇ ਖੇਡੋ ਅਤੇ ਹਮੇਸ਼ਾ ਚੰਗੀ ਉੱਨਤੀ ਦੇ ਵੱਲ ਆਪਣੇ ਕਦਮ ਵਧਾਓ। ਅਤੇ ਆਪਣੇ ਅਖੀਰ ਦੇ ਵਿੱਚ ਉਹ ਚਿੱਠੀ ਵਿੱਚ ਆਪਣੇ ਮਾਤਾ ਪਿਤਾ ਨੂੰ ਨਮਸਤੇ ਜਾਂ ਸਤਿ ਸ਼੍ਰੀ ਅਕਾਲ ਜਾਂ ਚਰਨ ਵੰਦਨਾ ਕਰਕੇ ਉਹਨਾਂ ਨੂੰ ਪ੍ਰਣਾਮ ਕਰਦਾ ਹੈ। ਤੇਰਾ ਵੱਡਾ ਵੀਰ ਕੰਵਰ। ਤਾਂ ਇਸ ਤਰ੍ਹਾਂ ਉਹ ਚਿੱਠੀ ਖਤਮ ਕਰਦਾ ਹੈ। ਜਦੋਂ ਵਿਸ਼ਾਲ ਨੇ ਵੱਡੇ ਵੀਰ ਦੀ ਚਿੱਠੀ ਪੜ੍ਹੀ ਅਤੇ ਉਹ ਕਿੰਨੀ ਦੇਰ ਅੱਖਾਂ ਬੰਦ ਕਰਕੇ ਬੈਠਾ ਰਿਹਾ। ਉਸ ਦਿਨ ਤੋਂ ਹੀ ਉਸਨੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਕੁਝ ਹੀ ਦਿਨਾਂ ਵਿੱਚ ਉਸਦੀ ਸਿਹਤ ਬਣਨ ਲੱਗੀ, ਉਸਦੀ ਨਜ਼ਰ ਦੀ ਐਨਕ ਵੀ ਉਤਰ ਗਈ। ਉਹ ਪੜ੍ਹਾਈ ਵਿੱਚ ਵੀ ਅੱਗੇ ਆਉਣ ਲੱਗਾ। ਹੁਣ ਉਸਨੂੰ ਸਮਝ ਆ ਗਈ ਸੀ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਖੇਡਣੀਆਂ ਕਿੰਨੀਆਂ ਜ਼ਰੂਰੀ ਹਨ। ਜਦੋਂ ਉਸਦੇ ਵੱਡੇ ਭਰਾ ਨੇ ਉਸਨੂੰ ਸਮਝਾਇਆ ਕਿ ਪੜ੍ਹਾਈ ਦੇ ਨਾਲ ਨਾਲ ਖੇਡਣਾ ਹੈ ਤਾਂ ਉਸਨੇ ਉਸ ਦੀ ਗੱਲ ਦੇ ਉੱਤੇ ਗੌਰ ਕੀਤਾ। ਉਸਨੇ ਛੋਟੇ ਭਰਾ ਨੇ ਵੱਡੇ ਭਰਾ ਦੀ ਗੱਲ ਦੇ ਉੱਤੇ ਗੌਰ ਕਰਕੇ ਪੜ੍ਹਾਈ ਦੇ ਨਾਲ ਨਾਲ ਹੁਣ ਖੇਡਣਾ ਵੀ ਸ਼ੁਰੂ ਕਰਤਾ।